हाँ जी स्टूडेंट, स्वागत है जी ਤੁਹਾਡਾ ਦਲਜੀਤ ਐਜੂਕੇਸ਼ਨ ਵਰਲਡ ਦੇ ਉੱਤੇ। ਤੇ ਅੱਜ ਮੈਂ ਹਾਜ਼ਰ ਹੋਇਆ ਵਾਂ ਜੀ ETT ਯਾਨੀ DLED ਦੇ ਇੰਗਲਿਸ਼ ਸਬਜੈਕਟ ਦਾ ਪਹਿਲਾ ਲੈਕਚਰ ਲੈ ਕੇ। ਤੁਹਾਨੂੰ ਯਾਦ ਹੋਊਗਾ ਕਿ ਮੈਂ ਇੱਕ ਦਿਨ ਤੁਹਾਨੂੰ ਮੈਸੇਜ ਸੈਂਡ ਕੀਤਾ ਸੀ ਕਿ ਆਪਾਂ ਜਿਹੜਾ ਇੰਗਲਿਸ਼ ਦਾ ਪੂਰਾ ਸਿਲੇਬਸ ਹੈ ਉਹ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਲੈਕਚਰ ਦੇ ਰਾਹੀਂ ਆਪਾਂ ਪੂਰਾ ਕਰਾਂਗੇ। ਸੋ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਮੈਂ ਅੱਜ ਹਾਜ਼ਰ ਹੋਇਆ ਵਾਂ ਜੀ ਇੰਗਲਿਸ਼ ਦਾ ਪਹਿਲਾ ਲੈਕਚਰ ਲੈ ਕੇ। ਤਾਂ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ ਕਿ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜਿਨ੍ਹਾਂ ਵੀ ਸਟੂਡੈਂਟਸ ਨੇ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਪਲੀਜ਼ ਸਬਸਕ੍ਰਾਈਬ ਕਰ ਲਓ, ਕਿਉਂਕਿ ਹਰ ਲੈਕਚਰ ਜਿਹੜਾ ਹੁਣ ਇੱਥੇ ਆਇਆ ਕਰੇਗਾ ਤਾਂ ਕਿ ਤੁਹਾਡਾ ਕੋਈ ਜਿਹੜਾ ਲੈਕਚਰ ਮਿਸ ਨਾ ਹੋ ਜਾਏ, ਤੁਹਾਡਾ ਸਿਲੇਬਸ ਜਿਹੜਾ ਪੂਰਾ ਕਵਰ ਹੋ ਜਾਏ। ਸੋ ਕਿਉਂਕਿ ਜਨਰਲੀ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਔਰ ਮੋਸਟਲੀ ਬੱਚਿਆਂ ਨੂੰ ਦਿੱਕਤਾਂ ਇੰਗਲਿਸ਼ ਦੇ ਵਿੱਚ ਹੀ ਆਉਂਦੀਆਂ ਨੇ ਜ਼ਿਆਦਾ। ਸੋ ਇਸ ਕਰਕੇ ਸਾਰੇ ਬੱਚੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਵੀ ਕਰ ਲਓ ਤਾਂ ਕਿ ਤੁਹਾਨੂੰ ਹਰ ਲੈਕਚਰ ਟਾਈਮ 'ਤੇ ਮਿਲਦਾ ਰਹੇ। ਸੋ ਚਲੋ ਜੀ ਫਿਰ ਵਿਦਆਊਟ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪਹਿਲਾ ਟੌਪਿਕ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਰਾਜੇ ਉਹ ਹੈ ਵਟ ਇਜ਼ ਅ ਲੈਂਗੁਏਜ। ਭਾਸ਼ਾ ਕੀ ਹੁੰਦੀ ਹੈ, ਵਟ ਇਜ਼ ਅ ਲੈਂਗੁਏਜ। ਜੇ ਅਸੀਂ ਪੂਰੇ ਟੌਪਿਕ ਦੀ ਗੱਲ ਕਰੀਏ ਕਿ ਤੁਹਾਡੇ ਪੂਰੇ ਟੌਪਿਕ ਦਾ ਨਾਮ ਆ, ਜੇ ਤੁਸੀਂ ਇਫ ਯੂ ਵਿਲ ਸੀ ਯੋਰ ਸਿਲੇਬਸ and in the very first unit the very first topic is what is a language, what is a first language, what is a second language and what is a foreign language। ਪਰ ਅੱਜ ਅਸੀਂ ਸਿਰਫ ਗੱਲ ਕਰਨ ਲੱਗੇ ਹਾਂ ਜੀ what is a language ਦੀ। ਭਾਸ਼ਾ ਕੀ ਹੁੰਦੀ ਹੈ, ਜਿਹੜੀ ਬਾਕੀ ਟੌਪਿਕਸ ਨੇ ਲਾਈਕ ਫਸਟ ਲੈਂਗੁਏਜ ਕੀ ਹੁੰਦੀ ਹੈ, ਸੈਕਿੰਡ ਕੀ ਹੁੰਦੀ ਹੈ, ਫੋਰਨ ਕੀ ਹੁੰਦੀ ਹੈ, ਇਹਨਾਂ ਦੀ ਚਰਚਾ ਜਿਹੜੀ ਅਸੀਂ ਬਾਅਦ ਵਿੱਚ ਕਰਾਂਗੇ। ਸੋ ਚਲੋ ਜੀ ਫਿਰ ਵਿਦਆਊਟ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਟੌਪਿਕ। ਵਟ ਇਜ਼ ਅ ਲੈਂਗੁਏਜ। ਜੇ ਲੈਂਗੁਏਜ ਦੀ ਜੇ ਗੱਲ ਕਰੀਏ, ਲੈਂਗੁਏਜ ਇਜ਼ ਅ ਮੀਨਸ ਆਫ ਕਮਿਊਨੀਕੇਸ਼ਨ ਥਰੂ ਫੀਲਿੰਗਸ, ਮੂਡਸ, ਆਈਡੀਆਜ਼, ਇਨਫੋਰਮੇਸ਼ਨਸ ਐਂਡ ਐਕਸਪੀਰੀਅੰਸਿਸ। ਮਤਲਬ ਕੀ ਹੈ ਕਿ ਲੈਂਗੁਏਜ ਇੱਕ ਭਾਸ਼ਾ ਦਾ ਸਾਧਨ ਹੁੰਦੀ, ਕਮਿਊਨੀਕੇਸ਼ਨ ਦਾ ਸਾਧਨ ਹੁੰਦੀ ਹੈ। ਤੁਸੀਂ ਕਿਸੇ ਨਾਲ ਕਮਿਊਨੀਕੇਟ ਕਰਨਾ ਹੈ, ਸੰਚਾਰ ਕਰਨਾ ਹੈ, ਆਪਣੇ ਸ਼ਬਦਾਂ ਦਾ, ਆਪਣੇ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਕਰਨਾ। ਵੈਨ ਯੂ ਵਾਂਟ ਟੂ ਐਕਸਚੇਂਜ ਯੋਰ ਆਈਡੀਆਜ਼, ਐਕਸਪੀਰੀਅੰਸਿਸ ਐਟਸੈਟਰਾ, ਯੂ ਨੀਡ ਅ ਲੈਂਗੁਏਜ। ਸੋ ਲੈਂਗੁਏਜ ਹਰ ਕਿਸੇ ਕੋਲ ਕੋਈ ਨਾ ਕੋਈ ਲੈਂਗੁਏਜ ਜ਼ਰੂਰ ਹੁੰਦੀ ਹੈ। ਪੰਛੀਆਂ ਕੋਲ, ਜਾਨਵਰਾਂ ਕੋਲ, ਇਨਸਾਨਾਂ ਕੋਲ, ਹਰ ਕਿਸੇ ਕੋਲ ਕੋਈ ਨਾ ਕੋਈ ਲੈਂਗੁਏਜ ਹੈ। ਬਿਕਾਜ਼ ਵਿਦਆਊਟ ਲੈਂਗੁਏਜ ਅਸੀਂ ਸੋਸਾਇਟੀ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ। ਸੋ ਇੱਕ ਹੋਰ ਚੀਜ਼ ਜਿਹੜੀ ਮੈਂ ਇੱਥੇ ਮੈਂਸ਼ਨ ਕਰਨਾ ਚਾਹੂੰਗਾ ਕਿ ਟੂਡੇ ਹੇਅਰ ਆਈ ਐਮ ਟੋਕਿੰਗ ਅਬਾਊਟ ਆ ਲੈਂਗੁਏਜ, ਨੋਟ ਅਬਾਊਟ ਇੰਗਲਿਸ਼। ਸੋ ਇਸ ਚੀਜ਼ ਨੂੰ ਮਾਈਂਡ ਦੇ ਵਿੱਚੋਂ ਕੱਢ ਦਿਓ ਕਿ ਟੂਡੇ ਆਈ ਐਮ ਟੋਕਿੰਗ ਅਬਾਊਟ ਇੰਗਲਿਸ਼। ਨੋ, ਟੂਡੇ ਆਈ ਐਮ ਟੋਕਿੰਗ ਅਬਾਊਟ ਅ ਲੈਂਗੁਏਜ। ਕਿ ਇੱਕ ਲੈਂਗੁਏਜ ਕੀ ਹੁੰਦੀ ਹੈ, ਇੱਕ ਭਾਸ਼ਾ ਕੀ ਹੁੰਦੀ ਹੈ। ਇੱਥੇ ਨੋ ਹਿੰਦੀ, ਨੋ ਪੰਜਾਬੀ, ਨੋ ਇੰਗਲਿਸ਼ ਔਰ ਨੋ ਐਨੀ ਅਦਰ ਲੈਂਗੁਏਜ। ਸਿਰਫ ਭਾਸ਼ਾ, ਜਿਵੇਂ ਮੈਂ ਹੁਣੇ ਦੱਸਿਆ ਕਿ ਹਰ ਕਿਸੇ ਦੀ ਕੋਈ ਨਾ ਕੋਈ ਭਾਸ਼ਾ ਹੁੰਦੀ ਹੈ। ਪੰਛੀਆਂ ਦੀ ਵੀ ਇੱਕ ਭਾਸ਼ਾ ਹੁੰਦੀ ਹੈ। ਪੰਛੀ ਬਖੂਬੀ ਇੱਕ ਦੂਜੇ ਨੂੰ ਆਪਣੀ ਭਾਸ਼ਾ ਦੇ ਵਿੱਚ ਕੁਛ ਨਾ ਕੁਛ ਸਮਝਾ ਦਿੰਦੇ ਨੇ, ਬਿਕਾਜ਼ ਵੀ ਆਰ ਅਨਏਬਲ ਟੂ ਅੰਡਰਸਟੈਂਡ ਦੇਅਰ ਲੈਂਗੁਏਜ, ਪਰ ਉਹ ਇੱਕ ਦੂਜੇ ਦੀ ਭਾਸ਼ਾ ਬਖੂਬੀ ਸਮਝ ਸਕਦੇ ਨੇ। ਠੀਕ ਹੈ। ਇੱਕ ਰੋਡ 'ਤੇ ਜਾ ਰਹੀ ਐਂਬੂਲੈਂਸ ਦੀ ਜਿਹੜੀ ਗੱਡੀ ਹੈ ਉਹ ਵੀ ਸਾਡੇ ਨਾਲ ਕਮਿਊਨੀਕੇਟ ਕਰ ਰਹੀ ਹੈ, ਉਹ ਵੀ ਸਾਨੂੰ ਕੁਛ ਕਹਿ ਰਹੀ ਹੈ, ਬਿਨਾਂ ਕਹੇ ਕੁਛ ਕਹਿ ਰਹੀ ਹੈ। ਜਿਵੇਂ ਕਿ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜੇ ਕੋਈ ਐਂਬੂਲੈਂਸ ਜਾ ਰਹੀ ਹੈ, ਸਾਊਂਡ ਆ ਰਿਹਾ ਐਂਬੂਲੈਂਸ ਦਾ, ਤਾਂ ਇਟ ਮੀਨਸ ਜਾਂ ਤਾਂ ਫਿਰ ਇਟ ਇਜ਼ ਗੋਇੰਗ ਟੂ ਟੇਕ ਅ ਸੀਰੀਅਸ ਪੇਸ਼ੈਂਟ ਫਰੋਮ ਦਾ ਹੋਮ, ਜਾਂ ਫਿਰ ਪੇਸ਼ੈਂਟ ਨੂੰ ਲੈ ਕੇ ਹੌਸਪੀਟਲ ਜਾ ਰਹੇ। ਮਤਲਬ ਬਿਨਾਂ ਕਹੇ ਹੀ ਉਹ ਸਾਨੂੰ ਬਹੁਤ ਕੁਛ ਕਹਿ ਦਿੰਦੀ ਹੈ। ਸੋ ਇਹ ਵੀ ਇੱਕ ਕਮਿਊਨੀਕੇਸ਼ਨ ਹੀ ਹੈ, ਨੋਨ ਵਰਬਲ ਹੈ ਪਰ ਕਮਿਊਨੀਕੇਸ਼ਨ ਹੈ। ਸੋ ਮਤਲਬ ਕੀ ਹੈ ਰਾਜੇ ਕਿ ਲੈਂਗੁਏਜ ਕੀ ਹੈ, ਕਮਿਊਨੀਕੇਸ਼ਨ ਦਾ ਇੱਕ ਜ਼ਰੀਆ ਹੈ ਜਿਹਦੇ ਰਾਹੀਂ ਅਸੀਂ ਆਪਣੀ ਫੀਲਿੰਗਸ ਨੂੰ, ਆਪਣੇ ਮੂਡਸ ਨੂੰ, ਆਪਣੇ ਆਈਡੀਆਜ਼ ਨੂੰ, ਆਪਣੀ ਇਨਫੋਰਮੇਸ਼ਨ ਨੂੰ ਅਤੇ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕਰਦੇ ਹਾਂ। ਇਟ ਇਜ਼ ਦ ਲੈਂਗੁਏਜ, ਇਟਸ ਦ ਲੈਂਗੁਏਜ ਵਿਚ ਸੈਪਰੇਟਸ ਮੈਨ ਫਰੋਮ ਅਦਰ ਕ੍ਰੀਏਚਰਸ। ਸਿਰਫ ਲੈਂਗੁਏਜ ਹੀ ਹੈ ਜਿਹੜੀ ਇਨਸਾਨ ਨੂੰ ਬਾਕੀ ਜਿਹੜੀਆਂ ਕ੍ਰੀਏਚਰਸ ਨਾਲੋਂ ਅਲੱਗ ਕਰਦੀ ਹੈ। ਬਿਕਾਜ਼ ਵੀ ਹੈਵ ਲੈਂਗੁਏਜ, ਵੀ ਹੈਵ ਵੈਰੀ ਸਟਰੋਂਗ ਲੈਂਗੁਏਜ, ਵੀ ਕੈਨ ਐਕਸਪ੍ਰੈਸ ਅਰ ਸੈਲਫ ਇਨ ਅਰ ਲੈਂਗੁਏਜ। ਜਦ ਕਿ ਪੰਛੀ ਜਾਂ ਫਿਰ ਜਾਨਵਰ ਜਿਹੜੇ ਉਹ ਇੰਨੇ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ, ਬਿਕਾਜ਼ ਦੇ ਡੋਂਟ ਹੈਵ ਪ੍ਰੋਪਰ ਲੈਂਗੁਏਜ। ਦੇ ਆਰ ਏਬਲ ਟੂ ਐਕਸਚੇਂਜ ਨੌਲੇਜ,
ठीक है। दे आर एबल टू एक्सचेंज नॉलेज, बिलीव्स, ओपीनियंस, विशेस, थ्रीट्स। थ्रीट्स ਕੀ ਹੁੰਦਾ ਹੈ ਰਾਜੇ? ਥ੍ਰੀਟਸ ਇਜ਼ ਧਮਕੀ ਕਿਸੇ ਨੂੰ, ਜਿਵੇਂ ਅਸੀਂ ਧਮਕਾਉਂਦੇ ਹਾਂ, ਕਮਾਂਡਸ ਹੋ ਗਈ, ਥੈਂਕਸ, ਪ੍ਰੋਮਿਸਿਸ, ਡੈਕਲੇਰੇਸ਼ਨ, ਫੀਲਿੰਗਸ ਵਿਦ ਅਦਰਸ। ਸੋ ਮਤਲਬ ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਕਰਦੇ ਹਾਂ ਇਹ ਲੈਂਗੁਏਜ ਦੇ ਰਾਹੀਂ ਹੀ ਪੋਸੀਬਲ ਹੁੰਦੀਆਂ ਨੇ। ਠੀਕ ਹੈ। ਲੈਂਗੁਏਜ ਬ੍ਰਿੰਗਸ ਈਚ ਐਂਡ ਐਵਰੀ ਹਿਊਮਨ ਬੀਇੰਗ ਕਲੋਜ਼ ਟੂ ਈਚ ਅਦਰ। ਇਹ ਲੈਂਗੁਏਜ ਹੀ ਹੈ ਜਿਹੜੀ ਹਰ ਹਿਊਮਨ ਬੀਇੰਗ ਨੂੰ ਕਲੋਜ਼ ਲਿਆ ਸਕਦੀ ਹੈ। ਕਿਵੇਂ ਰਾਜੇ? ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਕੋਈ ਪਰਸਨ ਹੈ ਜਿਹੜਾ ਸਾਡੇ ਲਈ ਬਿਲਕੁਲ ਅਨਨੋਨ ਹੈ, ਅਸੀਂ ਉਹਨੂੰ ਨਹੀਂ ਜਾਣਦੇ, ਉਹ ਸਾਨੂੰ ਨਹੀਂ ਜਾਣਦਾ, ਪਰ ਜੇ ਸਾਡੀ ਉਹਦੇ ਨਾਲ ਜਾਣ ਪਛਾਣ ਬਣ ਜਾਂਦੀ ਹੈ ਹੌਲੀ ਹੌਲੀ, ਤਾਂ ਅਸੀਂ ਗੱਲ ਕਰਕੇ ਹੀ ਉਹਦੇ ਨਾਲ ਜਾਣ ਪਛਾਣ ਬਣਾਉਂਦੇ ਹਾਂ ਨਾ। ਜੇ ਸਾਡੇ ਕੋਲ ਲੈਂਗੁਏਜ ਨਾ ਹੁੰਦੀ ਤਾਂ ਅਸੀਂ ਵੀ ਚੁੱਪ ਬੈਠੇ ਹੁੰਦੇ, ਜਿਹੜਾ ਸਾਹਮਣੇ ਵਾਲਾ ਪਰਸਨ ਵੀ ਚੁੱਪ ਬੈਠਾ ਹੁੰਦਾ, ਤਾਂ ਕੀ ਅਸੀਂ ਇੱਕ ਦੂਜੇ ਦੇ ਕਲੋਜ਼ ਜਾ ਸਕਦੇ ਸੀ? ਨਹੀਂ ਜਾ ਸਕਦੇ ਸੀ। ਫੋਰ ਐਗਜ਼ਾਮਪਲ ਤੁਸੀਂ ਕਿਸੇ ਸਕੂਲ ਜਾਂ ਕਾਲਜ ਦੇ ਵਿੱਚ ਜੁਆਇਨ ਕਰਦੇ ਹੋ, ਵੈਰੀ ਫਸਟ ਡੇ ਜਦੋਂ ਤੁਸੀਂ ਜਾਂਦੇ ਹੋ, ਜਿਹੜੇ ਉੱਥੇ ਨਿਊ ਸਟੂਡੈਂਟਸ ਹੁੰਦੇ ਨੇ, ਦੇ ਆਰ ਟੋਟਲੀ ਅਨਨੋਨ ਟੂ ਯੂ। ਤੁਸੀਂ ਉਹਨਾਂ 'ਚੋਂ ਕਿਸੇ ਨੂੰ ਨਹੀਂ ਜਾਣਦੇ, ਕੁਛ ਦੇਰ ਤੁਸੀਂ ਇਕੱਲੇ ਬੈਠੇ ਰਹਿੰਦੇ ਹੋ, ਫਿਰ ਆਪਣੀ ਹੌਲੀ ਹੌਲੀ ਕਿਸੇ ਇੱਕ ਦੋ ਸਟੂਡੈਂਟਸ ਦੇ ਨਾਲ ਜਾਣ ਪਛਾਣ ਹੁੰਦੀ ਹੈ। ਤਾਂ ਜਾਣ ਪਛਾਣ ਕਿਵੇਂ ਸ਼ੁਰੂ ਹੁੰਦੀ ਰਾਜੇ? ਗੱਲਬਾਤ ਦੇ ਰਾਹੀਂ। ਤੁਸੀਂ ਪੁੱਛਦੇ ਹੋ ਤੁਸੀਂ ਕਿੱਥੋਂ, ਜਾਂ ਇਹੋ ਜਿਹੇ ਕੁਐਸਚਨਸ ਦੇ ਨਾਲ ਸਾਡੀ ਜਿਹੜੀ ਇੰਟਰੋਡਕਸ਼ਨ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ, ਅਤੇ ਹੌਲੀ 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 ਅਸੀਂ ਉਹਨਾਂ ਦੇ ਵਿੱਚੋਂ ਕੋਈ 2-4 ਦੇ ਨਾਲ ਦੇ ਫਰੈਂਡਸ ਬਣ ਜਾਂਦੇ ਹੈਗੇ ਆ। ਅਤੇ ਸਾਨੂੰ ਫਿਰ 2 ਪਰਸਨਸ ਨੂੰ ਆਪਸ ਵਿੱਚ ਕਲੋਜ਼ ਕੌਣ ਲੈ ਕੇ ਆਇਆ? ਲੈਂਗੁਏਜ। ਜੇ ਸਾਡੇ ਕੋਲ ਲੈਂਗੁਏਜ ਨਾ ਹੁੰਦੀ ਤਾਂ ਫਿਰ ਕੀ ਹੋਣਾ ਸੀ? ਅਸੀਂ ਉਸ ਨੂੰ ਨਾ ਜਾਣ ਸਕਦੇ ਅਤੇ ਉਹ ਸਾਨੂੰ ਨਾ ਜਾਣ ਸਕਦਾ। ਸੋ that's why they are saying ਕਿ language brings two person close to each other. So it includes all verbal and non-verbal action of human beings that are related to the communication. ਇਹਦੇ 'ਚ ਲੈਂਗੁਏਜ ਦੇ ਵਿੱਚ ਸਾਰੇ ਵਰਬਲ ਅਤੇ ਨੋਨ ਵਰਬਲ ਐਕਸ਼ਨ ਜਿਹੜੇ ਇਨਕਲੂਡ ਕੀਤੇ ਜਾ ਸਕਦੇ ਆ, ਜਿਹੜੇ ਕਮਿਊਨੀਕੇਸ਼ਨ ਦੇ ਨਾਲ ਰਿਲੇਟਡ ਨੇ। ਵਰਬਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੋਲ ਕੇ ਜਦੋਂ ਅਸੀਂ ਕੁਛ ਗੱਲ ਕਰਦੇ ਹਾਂ ਕਿਸੇ ਦੇ ਨਾਲ, ਅਤੇ ਨੋਨ ਵਰਬਲ ਦੀ ਐਗਜ਼ਾਮਪਲ ਮੈਂ ਤੁਹਾਨੂੰ ਹੁਣੇ ਇੱਕ ਦਿੱਤੀ ਸੀ ਐਂਬੂਲੈਂਸ ਦੀ, ਇਸ਼ਾਰਿਆਂ ਦੇ ਨਾਲ ਗੱਲ ਕਰਨਾ, ਇਹ ਵੀ ਨੋਨ ਵਰਬਲ ਹੈ। ਕੋਈ ਰੋ ਰਿਹਾ, ਇਹ ਵੀ ਨੋਨ ਵਰਬਲ ਕਮਿਊਨੀਕੇਸ਼ਨ ਹੈ। ਸਾਨੂੰ ਕੋਈ ਮੈਸੇਜ ਮਿਲ ਰਿਹਾ ਹੈ ਕਿ ਸਮਬਨ ਇਜ਼ ਕਰਾਇੰਗ, ਇਟ ਮੀਨਸ ਦੇਰ ਇਜ਼ ਅ ਪ੍ਰੋਬਲਮ, ਉਹਨੂੰ ਕੋਈ ਦਿੱਕਤ ਹੋ ਸਕਦੀ ਹੈ, ਦੈਟਸ ਵਾਈ ਹੀ ਔਰ ਸ਼ੀ ਇਜ਼ ਕਰਾਇੰਗ। ਸੋ ਲੈਂਗੁਏਜ ਇਜ਼ ਕਮਿਊਨੀਕੇਟਡ ਥਰੂ ਵੇਰੀਅਸ ਸਿੰਬਲ ਐਂਡ ਸਾਈਨ। ਜਿਹੜੀ ਲੈਂਗੁਏਜ ਹੈ ਅਸੀਂ ਕਿਵੇਂ ਕਮਿਊਨੀਕੇਟ ਕਰਦੇ ਹਾਂ? ਵੇਰੀਅਸ ਸਿੰਬਲਸ ਐਂਡ ਸਾਈਨ। ਸਿੰਬਲਸ ਐਂਡ ਸਾਈਨ ਕਿਹਨੂੰ ਕਿਹਾ ਗਿਆ ਵਾ ਰਾਜੇ? ਜਿਹੜੇ ਅਸੀਂ ਲੈਟਰਸ, ਸੈਂਟੈਂਸਸ, ਵਰਡਸ ਯੂਜ਼ ਕਰਦੇ ਹਾਂ। ਠੀਕ ਹੈ। ਅੱਗੇ ਜਦੋਂ ਅਸੀਂ ਇਹਦੇ ਨੇਚਰ ਵਗੈਰਾ ਬਾਰੇ ਗੱਲ ਕਰਾਂਗੇ ਉਦੋਂ ਸਾਨੂੰ ਪਤਾ ਲੱਗੂਗਾ ਕਿ ਲੈਂਗੁਏਜ ਦੇ ਸਿੰਬਲਸ ਕੀ ਹੁੰਦੇ ਨੇ, ਲੈਂਗੁਏਜ ਦੇ ਸਿਸਟਮਸ ਕੀ ਹੁੰਦੇ ਨੇ। ਸੋ ਇਟ ਇਜ਼ So finally we can say that it is not possible to think of a society as a group of human being without a language. ਇੱਕ ਸੁਸਾਇਟੀ ਨੂੰ ਅਸੀਂ ਇੱਕ ਲੋਕਾਂ ਦੇ ਸਮੂਹ ਦੇ ਵਜੋਂ ਜਾਣ ਹੀ ਨਹੀਂ ਸਕਦੇ until we don't have any language. So language is a culture itself. Language ਆਪਣੇ ਆਪ ਵਿੱਚ ਇੱਕ ਕਲਚਰ ਹੈ, ਕਿਸੇ ਕਲਚਰ ਦਾ ਪਾਰਟ ਨਹੀਂ ਹੈ, ਬਿਕੋਜ਼ ਇਹ ਲੈਂਗੁਏਜ ਹੈ ਤਾਂ ਕਲਚਰ ਹੈ। ਸੋ ਇਟ ਇਜ਼ ਦ ਬੇਸਿਸ ਆਫ ਆਲ ਹਿਊਮਨ ਐਕਟੀਵਿਟੀ। ਜਿੰਨੀਆਂ ਵੀ ਸਾਡੀਆਂ ਐਕਟੀਵਿਟੀ ਹੁੰਦੀਆਂ ਨੇ ਰੂਟੀਨ ਲਾਈਫ ਦੇ ਵਿੱਚ, ਸਭ ਦਾ ਬੇਸ ਹੁੰਦੀ ਹੈ। ਤੁਸੀਂ ਖੁਦ ਹੀ ਸੋਚ ਕੇ ਦੇਖੋ ਕਿ ਜੇ ਤੁਹਾਨੂੰ ਇੱਕ ਦਿਨ ਬਿਨਾਂ ਲੈਂਗੁਏਜ ਤੋਂ ਰਹਿਣਾ ਪਵੇ, ਦੈਨ ਵਾਟ ਵਿਲ ਯੂ ਡੂ? ਯੂ ਕੈਨ ਡੂ ਨਥਿੰਗ। ਤੁਸੀਂ ਕੁਛ ਨਹੀਂ ਕਰ ਸਕੋਗੇ, ਬਿਕਾਜ਼ ਵਿਦਾਊਟ ਲੈਂਗੁਏਜ ਕੁਛ ਪੋਸੀਬਲ ਹੀ ਨਹੀਂ ਹੈ। ਤੁਸੀਂ ਕਿਸੇ ਨੂੰ ਕੁਛ ਗੱਲ ਕਹਿਣੀ ਹੈ ਤਾਂ ਵੀ ਤੁਹਾਨੂੰ ਬੋਲ ਕੇ ਦੱਸਣਾ ਪੈਣਾ ਹੈ। ਬ੍ਰੇਕਫਾਸਟ ਡਿਮਾਂਡ ਕਰਨਾ ਹੈ ਘਰੋਂ ਤਾਂ ਵੀ ਤੁਹਾਨੂੰ ਕਹਿਣਾ ਪੈਣਾ ਹੈ। ਆਪਣੇ ਮਦਰ ਨੂੰ ਕਹਿਣਾ ਹੈ ਕਿ ਮੈਂ ਬ੍ਰੇਕਫਾਸਟ ਦੇ ਵਿੱਚ ਇਹ ਚੀਜ਼ ਖਾਣੀ ਹੈ, ਦੈਨ ਯੂ ਹੈਵ ਟੂ ਸਪੀਕ ਸਮਥਿੰਗ ਅਬਾਊਟ ਯੂਅਰ ਬ੍ਰੇਕਫਾਸਟ। ਸੋ ਇਸ ਕਰਕੇ ਤੁਸੀਂ ਇੱਕ ਵਾਰ ਸੋਚ ਕੇ ਦੇਖੋ ਆਪਣੇ ਮਾਇੰਡ ਦੇ ਵਿੱਚ ਕਿ ਤੁਹਾਨੂੰ ਪੂਰਾ ਦਿਨ ਵਿਦਾਊਟ ਲੈਂਗੁਏਜ ਰਹਿਣਾ ਪਵੇ ਕਿ ਕੀ ਤੁਸੀਂ ਰਹਿ ਸਕਦੇ ਹੋ? ਆਈ ਥਿੰਕ ਨੋ, ਨੈਵਰ। ਠੀਕ ਹੈ। ਸੋ ਇਹ ਸੀ ਰਾਜੇ ਇਹਦੀ ਇੰਟਰੋਡਕਸ਼ਨ ਕਿ ਲੈਂਗੁਏਜ ਜਿਹੜੀ ਹੁੰਦੀ ਕੀ ਹੈ। ਤਾਂ ਕੀ ਅਸੀਂ ਸੋਚਿਆ ਕਿ ਲੈਂਗੁਏਜ ਇੱਕ ਕਮਿਊਨੀਕੇਸ਼ਨ ਦਾ ਜ਼ਰੀਆ ਹੈ, ਮੀਨਸ ਹੈ, ਜਿਹਦੇ ਰਾਹੀਂ ਅਸੀਂ ਆਪਣੇ ਵਿਚਾਰ ਦੂਜਿਆਂ ਤੱਕ ਜਿਹੜਾ ਭੇਜਦੇ ਹਾਂ ਅਤੇ ਦੂਜਿਆਂ ਦੇ ਵਿਚਾਰ ਰਿਸੀਵ ਕਰਦੇ ਹਾਂ। ਠੀਕ ਹੈ ਰਾਜੇ। ਅਤੇ ਗੱਲ ਕਰਨ ਲੱਗੇ ਹਾਂ ਜੀ ਮੀਨਿੰਗ ਆਫ ਲੈਂਗੁਏਜ ਦੀ, ਕਿ ਲੈਂਗੁਏਜ ਦੀ ਦਾ ਅਰਥ ਕੀ ਹੁੰਦਾ ਹੈ। ਠੀਕ ਹੈ। ਮੀਨਿੰਗ ਆਫ ਲੈਂਗੁਏਜ ਦੀ ਜੇ ਗੱਲ ਕਰੀਏ, ਜਿਹੜਾ ਵਰਡ ਹੈ ਲੈਂਗੁਏਜ, ਦੈਟ ਇਜ਼ ਡਿਰਾਈਵਡ ਫਰੋਮ ਦਾ ਲੈਟਿਨ ਵਰਡ ਲਿੰਗੁਆ। ਲਿੰਗੁਆ ਦੇ ਵਿੱਚੋਂ ਲਿਆ ਗਿਆ ਵਾ, ਜਿਹੜਾ ਸਾਨੂੰ ਦੱਸਦਾ ਹੈ, ਜਿਹਦਾ ਮਤਲਬ ਹੈ ਕਿ ਟੰਗ। ਲਿੰਗੁਆ ਮੀਨਸ ਟੰਗ। ਸੋ ਦਾ ਡੈਰੀਵੇਟਿਵ ਮੀਨਿੰਗ ਆਫ ਲੈਂਗੁਏਜ ਇਜ਼ ਵਟ ਇਜ਼ ਅਟਰਡ ਵਿਦ ਦਾ ਹੈਲਪ ਆਫ ਟੰਗ ਔਰ ਮਾਊਥ। ਜੇ ਇਹਦਾ ਅਸੀਂ ਡੈਰੀਵੇਟਿਵ ਮੀਨਿੰਗ ਦੀ ਗੱਲ ਕਰੀਏ ਤਾਂ ਇਹਦੇ 'ਚ ਉਹ ਚੀਜ਼ਾਂ ਆ ਜਾਂਦੀਆਂ ਨੇ ਲੈਂਗੁਏਜ ਦੇ ਵਿੱਚ, ਮੀਨਿੰਗ ਦੇ ਵਿੱਚ, ਕਿ ਜੋ ਅਸੀਂ ਆਪਣੇ ਮੂੰਹ ਦੇ ਨਾਲ ਅਤੇ ਆਪਣੀ ਜਿਹੜੀ ਟੰਗ ਦੀ ਹੈਲਪ ਦੇ ਨਾਲ ਕੁਛ ਪ੍ਰੋਨਾਊਂਸ ਕਰਦੇ ਹਾਂ, ਕੁਛ ਨਰੇਟ ਕਰਦੇ ਹਾਂ,
ਉਹਨੂੰ ਲੈਂਗੁਏਜ ਕਹਿੰਦੇ। ਬਟ ਲੈਂਗੁਏਜ ਇਜ਼ ਅ ਸਿੰਪਲ ਸਟਰੀਮ ਆਫ ਸਾਊਂਡ। ਪਰ ਲੈਂਗੁਏਜ ਕੀ ਹੈ ਐਕਚੁਅਲ 'ਚ? ਸਿੰਪਲ ਸਟਰੀਮ ਆਫ ਸਾਊਂਡ ਆ ਦੈਟ ਫਲੋਜ਼ ਫਰੋਮ ਦਾ ਮਾਊਥ ਆਫ ਦਾ ਸਪੀਕਰ। ਇੱਕ ਸਿੰਪਲ ਸਟਰੀਮ ਹੈ ਜਿਹੜੀ ਸਪੀਕਰ ਦੇ ਮੂੰਹ ਦੇ ਵਿੱਚੋਂ ਫਲੋ ਕਰਦੀ ਹੈ, ਜਿਹੜੇ ਸਾਊਂਡ ਅਸੀਂ ਪ੍ਰੋਡਿਊਸ ਕਰਦੇ ਹਾਂ। ਲੈਂਗੁਏਜ ਐਕਚੁਅਲ 'ਚ ਕੀ ਆ? ਬਟ ਲੈਂਗੁਏਜ ਕੀ ਹੈ? ਇੱਕ ਸਿੰਪਲ ਸਟੀਮ ਹੈ, ਸਾਊਂਡ ਦਾ ਇੱਕ ਸਟੀਮ ਹੈ ਜਿਹੜੀ ਸਪੀਕਰ ਦੇ ਮੂੰਹ ਦੇ ਵਿੱਚੋਂ ਫਲੋ ਕਰਦੀ ਹੈ ਸਾਊਂਡ ਦੇ ਰੂਪ ਦੇ ਵਿੱਚ। ਠੀਕ ਹੈ ਬੱਚੇ? ਸੋ ਇਹ ਸੀ ਮੀਨਿੰਗ ਆਫ ਲੈਂਗੁਏਜ। ਐਂਡ ਨਾਓ ਕਮ ਟੂ ਡੈਫੀਨੇਸ਼ਨ ਆਫ ਲੈਂਗੁਏਜ। ਡੈਫੀਨੇਸ਼ਨ ਆਫ ਲੈਂਗੁਏਜ ਦੀ ਜੇ ਅਸੀਂ ਗੱਲ ਕਰੀਏ ਰਾਜੇ, ਤਾਂ ਤੁਹਾਡੀ ਬੁੱਕ ਦੇ ਵਿੱਚ ਜੇ ਤੁਹਾਡੀ ਸਕਰੀਨ ਦੇ ਉੱਪਰ ਦੇਖੋ ਤਾਂ ਦੇਰ ਆਰ 8 ਡੈਫੀਨੇਸ਼ਨਸ ਵਿਚ ਆਰ ਬੀਂਗ ਡਿਸਪਲੇਡ ਬਾਏ ਮੀ। ਸੋ ਤੁਸੀਂ ਕੋਈ ਵੀ 3-4 ਰੈਲੀਵੈਂਟ ਜਿਹੜੀਆਂ ਡੈਫੀਨੇਸ਼ਨਸ ਯਾਦ ਕਰ ਲੈਣੀਆਂ ਹੈਗੀਆਂ ਹੁੰਦੀਆਂ। ਰੈਲੀਵੈਂਟ ਇਨ ਦਾ ਸੈਂਸ ਕਿ ਜਿਹੜੀਆਂ ਤੁਹਾਨੂੰ ਈਜ਼ੀ ਲੱਗਦੀਆਂ ਨੇ, ਤੁਹਾਨੂੰ ਠੀਕ ਲੱਗਦੀਆਂ ਨੇ, ਤੁਹਾਨੂੰ ਸੌਖੀਆਂ ਵੀ ਲੱਗਦੀਆਂ ਨੇ। ਠੀਕ ਹੈ? ਕਿਉਂਕਿ ਸਾਡੇ ਕੋਲ ਸਿਰਫ ਡੈਫੀਨੇਸ਼ਨ ਲੈਂਗੁਏਜ ਦੀਆਂ ਨਹੀਂ, ਬਾਕੀ ਟੌਪਿਕਸ ਵੀ ਹੁੰਦੇ ਨੇ। ਸੋ ਕੋਈ ਵੀ 3-4 ਡੈਫੀਨੇਸ਼ਨ ਤੁਸੀਂ ਈਜ਼ੀ ਜਿਹੜੀਆਂ ਯਾਦ ਕਰ ਲਿਓ। ਜਿਵੇਂ ਆਕਸਫੋਰਡ ਡਿਕਸ਼ਨਰੀ ਨੇ ਕੀ ਕਿਹਾ ਹੈ ਕਿ ਦ ਯੂਜ਼ ਆਫ ਸਿਸਟਮ ਆਫ ਸਾਊਂਡਸ ਐਂਡ ਵਰਡਸ ਆਫ ਹਿਊਮਨ ਟੂ ਕਮਿਊਨੀਕੇਟ। ਕਿ ਸਿਸਟਮ ਦਾ ਅਤੇ ਸਾਊਂਡਸ ਦਾ ਜਿਹੜਾ ਵਾ ਯੂਜ਼ ਹੈ ਉਹਨੂੰ ਹੀ ਅਸੀਂ ਲੈਂਗੁਏਜ ਕਹਿੰਦੇ ਹਾਂ। ਤਾਂ ਲੈਂਗੁਏਜ ਕੀ ਆ? ਉਹ ਕਹਿੰਦੇ ਕਿ ਸਿਸਟਮ ਆਫ ਸਾਊਂਡਸ। ਸਾਊਂਡ ਮਤਲਬ ਬੋਲਣ ਦਾ ਮਤਲਬ ਹੈ, ਲੈਂਗੁਏਜ ਦਾ ਮਤਲਬ ਹੈ ਬੋਲਣਾ, ਅਤੇ ਬੋਲਣ ਦਾ ਮਤਲਬ ਹੈ ਸਾਊਂਡਸ। ਅਸੀਂ ਸਾਊਂਡ ਪ੍ਰੋਡਿਊਸ ਕਰਦੇ ਹਾਂ ਵੈਨ ਵੀ ਸਪੀਕ। ਸੋ ਜਿਹੜੇ ਸਾਊਂਡ ਆ ਅਤੇ ਵਰਡਸ ਆ, ਵਰਡਸ ਨੂੰ ਅਸੀਂ ਸਾਊਂਡ ਦੇ ਰੂਪ ਦੇ ਵਿੱਚ ਪ੍ਰੋਡਿਊਸ ਕਰਦੇ ਹਾਂ। ਤਾਂ ਵਰਡਸ ਆ ਜਿਹੜੇ ਸਾਊਂਡ ਦੇ, ਉਹ ਜਿਹੜਾ ਉਹਦਾ ਸਿਸਟਮ ਹੈ ਪੂਰੇ ਦਾ ਪੂਰਾ, ਕਿ ਕਿਵੇਂ ਬੋਲਣਾ, ਕਿਹਨੂੰ ਕਿਵੇਂ ਬੋਲਣਾ, ਉਹਨੂੰ ਲੈਂਗੁਏਜ ਕਹਿੰਦੇ ਆ। ਅਤੇ ਬੇਨ ਜੋਨਸਨ ਨੇ ਕਿਹਾ ਕਿ ਲੈਂਗੁਏਜ ਮੋਸਟ ਸ਼ੋ ਆ ਮੈਨ ਸਪੀਕ ਦੈਟ ਆਈ ਮੇ ਸੀ। ਤਾਂ ਮਤਲਬ ਐਂ ਫਿਰ ਜਿਹੜਾ ਵਾ ਸਵੀਟਸ ਨੇ ਡਿਫਾਈਨ ਕੀਤਾ ਵਾ ਕਿ ਕੀ ਡਿਫਾਈਨ ਕੀਤਾ ਕਿ ਲੈਂਗੁਏਜ ਇਜ਼ ਐਕਸਪ੍ਰੈਸ਼ਨ ਆਫ ਆਈਡੀਆਜ਼ ਬਾਈ ਮੀਨਸ ਆਫ ਵਿਚ ਸਪੀਚ ਸਾਊਂਡ ਆਰ ਕੰਬਾਈਨਡ ਇਨਟੂ। ਇਹਨੇ ਬਹੁਤ ਵਧੀਆ ਚੀਜ਼ ਕਹੀ ਆ ਕਿ ਲੈਂਗੁਏਜ ਇੱਕ ਐਕਸਪ੍ਰੈਸ਼ਨ ਹੈ ਆਈਡੀਆ ਦਾ, ਜਿਹਦੇ ਵਿੱਚ ਮੀਨਸ ਆਫ ਵਿੱਚ ਸਪੀਚ ਸਾਊਂਡ ਜਿਹੜੇ ਉਹ ਵਰਡਸ ਦੇ ਵਿੱਚ ਅਸੀਂ ਕੰਬਾਈਨਡ ਕਰ ਦਿੰਦੇ ਹਾਂ। ਮਤਲਬ ਫਿਰ ਵਰਡਸ ਜਿਹੜੇ ਆ ਉਹਨਾਂ ਨੂੰ ਕੰਬਾਈਨਡ ਕਰ ਦਿੰਦੇ ਹਾਂ ਸੈਂਟੈਂਸਸ ਦੇ ਵਿੱਚ। ਸਪੀਚ ਸਾਊਂਡ ਜੋ ਚੀਜ਼ਾਂ ਅਸੀਂ ਬੋਲੀਆਂ ਸਿੱਖੀਆਂ ਉਹ ਵਰਡਸ ਦੇ ਰੂਪ ਵਿੱਚ ਸਿੱਖੀਆਂ, ਫਿਰ ਵਰਡਸ ਨੂੰ ਅਸੀਂ ਕੰਬਾਈਨਡ ਕਰ ਦਿੰਦੇ ਹਾਂ ਸੈਂਟੈਂਸਸ ਦੇ ਵਿੱਚ। ਅਤੇ ਜਿਹੜੇ ਕੰਬੀਨੇਸ਼ਨ ਆਫ ਸੈਂਟੈਂਸਸ ਗਿਵ ਆਂਸਰਿੰਗ ਟੂ ਆਈਡੀਆਜ਼ ਐਂਡ ਥਾਟਸ। ਤਾਂ ਮਤਲਬ ਜਦੋਂ ਅਸੀਂ ਵਰਡਸ ਨੂੰ ਸੈਂਟੈਂਸਸ ਦੇ ਵਿੱਚ ਕੰਬਾਈਨਡ ਕਰ ਦਿੰਦੇ ਹਾਂ, ਉਸ ਤੋਂ ਬਾਅਦ ਫਿਰ ਅਸੀਂ ਸੈਂਟੈਂਸਸ ਬਣਾ ਲੈਂਦੇ ਹਾਂ। ਸੈਂਟੈਂਸਸ ਦੇ ਰਾਹੀਂ ਫਿਰ ਅਸੀਂ ਆਪਣੀਆਂ ਆਂਸਰਿੰਗ, ਯਾਨੀ ਕਿ ਤੁਸੀਂ ਆਪਣੇ ਆਈਡੀਆਜ਼ ਨੂੰ, ਆਪਣੀ ਥੋਟਸ ਨੂੰ ਐਕਸਪ੍ਰੈਸ ਕਰ ਸਕਦੇ। ਸੋ ਇਸੇ ਤਰ੍ਹਾਂ ਕੁਛ ਹੋਰ ਵੀ ਡੈਫੀਨੇਸ਼ਨਸ ਨੇ, ਤੁਹਾਨੂੰ ਜਿਹੜੀ ਲੱਗੇ ਕਿ ਤੁਹਾਡੇ ਅਕੋਰਡਿੰਗ ਤੁਹਾਨੂੰ ਸਹੀ ਲੱਗਦੀ ਹੈ, ਤੁਹਾਨੂੰ ਸੌਖੀ ਵੀ ਲੱਗਦੀ ਹੈ, ਤਾਂ ਤੁਸੀਂ ਇਹ ਚੀਜ਼ ਉਹੀ ਤੁਸੀਂ ਵਿੱਚੋਂ ਕੁਛ ਰੈਲੀਵੈਂਟ ਲਰਨ ਕਰ ਲੈਣੀਆਂ ਹੈਗੀਆਂ, 2, 3 ਜਾਂ 4। ਸੋ ਇਹ ਸੀ ਰਾਜੇ ਲੈਂਗੁਏਜ ਦੀ ਇੰਟਰੋਡਕਸ਼ਨ, ਮੀਨਿੰਗ ਐਂਡ ਡੈਫੀਨੇਸ਼ਨ। ਸੋ ਫਰੋਮ ਦਾ ਅਬਵ ਡੈਫੀਨੇਸ਼ਨਸ ਵੀ ਕੈਨ ਕਨਕਲੂਡ ਦੈਟ। ਡੈਫੀਨੇਸ਼ਨ ਤੋਂ ਅਸੀਂ ਕੀ ਕਨਕਲੂਜ਼ਨ ਕੱਢਿਆ ਕਿ ਲੈਂਗੁਏਜ ਇਜ਼ ਅ ਸਿਸਟਮ। ਲੈਂਗੁਏਜ ਇੱਕ ਸਿਸਟਮ ਹੈ ਇਨ ਵਿਚ ਵੋਕਲ ਸਿੰਬਲ ਆਰ ਕੰਬਾਈਨਡ ਫॉर ਦ ਐਕਸਪ੍ਰੈਸ਼ਨ ਆਫ ਥੋਟਸ। ਮਤਲਬ ਵੋਕਲ ਕੀ ਹੁੰਦਾ? ਜਿਹੜੀ ਚੀਜ਼ ਅਸੀਂ ਆਪਣੇ ਗਲੇ ਦੇ ਵਿੱਚੋਂ, ਕੰਠ ਦੇ ਵਿੱਚੋਂ ਪ੍ਰੋਡਿਊਸ ਕਰਦੇ ਹਾਂ। ਜਿਹੜੇ ਵੋਕਲ ਸਿੰਬਲ ਕੀ ਆ? ਵਰਡਸ। ਜਿਹੜੇ ਵੋਕਲ ਸਿੰਬਲ ਨੇ ਕੰਬਾਈਨ ਕੀਤੇ ਜਾਂਦੇ ਆ ਆਪਣੀ ਥੋਟਸ ਨੂੰ ਐਕਸਪ੍ਰੈਸ ਕਰਨ ਦੇ ਲਈ, ਆਈਡੀਆਜ਼ ਅਤੇ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਦੇ ਲਈ। ਜਿਹੜੇ ਵਰਡ ਅਸੀਂ ਜਾਣਦੇ ਉਹਨਾਂ ਨੂੰ ਸਾਊਂਡ ਦੇ ਰੂਪ ਦੇ ਵਿੱਚ ਅਸੀਂ ਪ੍ਰੋਡਿਊਸ ਕਰਦੇ ਹਾਂ, ਤਾਂ ਕਿ ਅਸੀਂ ਆਪਣੀ ਫੀਲਿੰਗਸ ਨੂੰ, ਆਪਣੇ ਆਈਡੀਆਜ਼ ਨੂੰ ਅਤੇ ਆਪਣੇ ਥੋਟਸ ਨੂੰ ਐਕਸਪ੍ਰੈਸ ਕਰ ਸਕੀਏ। ਸੋ ਇਟ ਇਜ਼ ਰਿਲੇਟਡ ਟੂ ਦਾ ਸੋਸਾਇਟੀ, ਪੀਪਲ ਆਫ ਸੋਸਾਇਟੀ, ਦ ਕਲਚਰ ਟੂ ਵਿਚ ਦੇ ਬਿਲੋਂਗ। ਅਤੇ ਸਿੱਧੀ ਇਹ ਕਿਹਦੇ ਨਾਲ ਰਿਲੇਟਡ ਹੁੰਦੀ ਹੈ? ਸੁਸਾਇਟੀ ਦੇ ਨਾਲ, ਕਿਉਂਕਿ ਸੁਸਾਇਟੀ ਨੂੰ ਅਸੀਂ ਲੈਂਗੁਏਜ ਤੋਂ ਬਿਨਾਂ ਨਹੀਂ ਸੋਚ ਸਕਦੇ। ਅਤੇ ਸੁਸਾਇਟੀ ਹੈ ਤਾਂ ਪੀਪਲ ਆਫ ਸੁਸਾਇਟੀ ਵੀ ਹੋਣਗੇ, ਕਿਉਂਕਿ ਸੁਸਾਇਟੀ ਕਿਹਦੇ ਨਾਲ ਆ? ਲੋਕਾਂ ਦੇ ਨਾਲ ਆ। ਐਂਡ ਦ ਕਲਚਰ ਟੂ ਵਿਚ ਦੇ ਬਿਲੋਂਗ, ਜਿਹੜੇ ਵੀ ਕਲਚਰ ਨੂੰ ਤੁਸੀਂ ਬਿਲੋਂਗ ਕਰਦੇ ਹੋ। ਮਤਲਬ ਜੇ ਅਸੀਂ ਪੰਜਾਬੀ ਹਾਂ, ਵੀ ਬਿਲੋਂਗ ਟੂ ਪੰਜਾਬੀ ਕਲਚਰ, ਤਾਂ ਅਸੀਂ ਆਪਣੀ ਪੰਜਾਬੀ ਲੈਂਗੁਏਜ ਨੂੰ ਜਿਹੜਾ ਯੂਜ਼ ਕਰਦੇ ਹਾਂ। ਸੋ ਮਤਲਬ ਇਹ ਸੀ ਰਾਜੇ ਆਪਣਾ ਅੱਜ ਦਾ ਟੌਪਿਕ ਕਿ ਲੈਂਗੁਏਜ ਕੀ ਹੁੰਦੀ ਹੈ। ਬਾਕੀ ਟੌਪਿਕ ਨੈਕਸਟ ਲੈਕਚਰਸ ਦੇ ਵਿੱਚ ਅਸੀਂ ਕਵਰ ਕਰਾਂਗੇ। ਸੋ ਉਮੀਦ ਹੈ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਫਿਰ ਵੀ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ, ਕੋਈ ਚੀਜ਼ ਨਾ ਕਲੀਅਰ ਹੋਵੇ, ਤਾਂ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕੁਐਸਚਨ ਪੁੱਛ ਸਕਦੇ ਹੋ।
ਮੈਂ ਤੁਹਾਡਾ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਕੀਪ ਵਾਚਿੰਗ ਦਿਲਜੀਤ ਐਜੂਕੇਸ਼ਨ ਵਰਲਡ।